महला दूजा एक ने ही दात आपस ते जो पाईए नानक सा करमात साहिब तुठै जो मिले। महला दूजा एक ने ही चाखरी जित भौ खसम न जाए नानक सेवक कंडिए जे सेती खसम समाए। पौड़ी नानक अंत न जपनी हरता के पारावार आप कराए साखती फिर आप कराए मार। एक ना गली जंजीरियां एक तुरी चढ़े बिसियार आप कराए करे आप हों कैस्यों करी पुकार। नानक करना जिन किया फिर तिस ही करनी सार। वाहिगुरु जी का खालसा वाहिगुरु जी की फतेह। धन धन श्री गुरु अंगद देव जी दे मुखारबिंद तो उचारण कीते हुए ये दो पंक्तियां दे दो श्लोक हैं पर इन्हां श्लोकां विच गुरु अंगद देव जी महाराज ने बहुत वड्डी रमज की गल समझाई। पढ़ते असी सारे हाँ सुणाउंदे असी सारे पर गल उहो ही है जो बाणी विच लिखी है। बाणी बिरलो विचारसी जे को गुरमुख होए ए बाणी महापुरख की निज घर वासा होए। इसे लिए गुरु पातशाह ने हदायत की थी सतगुरु नूं सब को वेखदा जेता जगत संसार डिठै मुक्त न होवई जिचर शब्द न करे विचार। ये गल सानू मननी पवेगी कि शब्द की विचार कीते तो बिना वो डूंगी रमज जो गुरु पातशाह जी ने सानू समझाउण दी कृपा कीती है वो समझ नहीं आ सकती। दुनिया सब जानती है कि दुध विच घ्यो हुंदा है पर घ्यो किसे नूं नज़र आउंदा है। तुसी सारे एक जबान होके कहोगे जी घ्यो ते तां ही नज़र आवेगा जदों दुध नूं रिड़कांगे। दुध नूं पहले तपाउणा पैंदा है फिर जमाउणा पैंदा है फिर रिड़कना पैंदा। सचमुच इसे तरह गुरबाणी नूं पहले पढ़ना पैंदा फिर विचारना पैंदा। विचारना ही रिड़कना है ते रिड़कण तो बाद ही वो गल समझ विच आउंदी है जो गुरु महाराज सानू समझाउणा चाहते। ये ठीक है कि कुछ टीकाकारां ने हर श्लोक नूं अर्थ करन तो पहला उहदे नाल कोई साखी लिख दिती कोई उथानका लिख दिती। ये ठीक है कि डूंगी गल नूं गुंझलदार गंढ नूं खोलण लई वो साखी थोड़ी जी साडी सहायता करती। कहते ने कि श्री गुरु अंगद देव जी महाराज
ਖਡੂਰ ਸਾਹਿਬ 'ਚ ਟਿਕੇ ਹੋਏ ਸਨ। ਇੱਕ ਜੋਗੀ ਆ ਗਿਆ ਜਿਹਦੇ ਕੋਲ ਬੜੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਸਨ, ਜਿਹਨੇ ਕਈ ਛਿਲੇ ਕੱਟੇ ਹੋਏ ਸਨ ਤੇ ਕਈ ਭੂਤ ਵਸ ਵਿੱਚ ਕੀਤੇ ਹੋਏ ਸਨ। ਉਹਨੇ ਖਡੂਰ ਸਾਹਿਬ ਵਿੱਚ ਆ ਕੇ ਆਪਣੀਆਂ ਉਹਨਾਂ ਰਿੱਧੀਆਂ ਸਿੱਧੀਆਂ ਦਾ ਦਿਖਾਵਾ ਕੀਤਾ ਤੇ ਭੋਲੇ ਭਾਲੇ ਲੋਕ ਬੜੇ ਪ੍ਰਭਾਵਿਤ ਹੋ ਜਾਂਦੇ ਨੇ। ਬਹੁਤ ਸਾਰੇ ਲੋਕ ਉਸ ਨੂੰ ਗੁਰੂ ਅੰਗਦ ਦੇਵ ਜੀ ਕੋਲ ਲੈ ਆਏ ਕਿ ਮਹਾਰਾਜ ਇਹ ਬੜਾ ਕਰਾਮਾਤੀ ਹੈ। ਤੇ ਲੋਕਾਂ ਨੇ ਉਸ ਜੋਗੀ ਨੂੰ ਪ੍ਰੇਰਿਆ ਕਿ ਤੂੰ ਕੋਈ ਕਰਾਮਾਤ ਦਿਖਾ, ਪਰ ਉੱਥੇ ਉਹਦੀ ਕੋਈ ਕਰਾਮਾਤ ਚੱਲੇ ਨਾ। ਗੁਰੂ ਮਹਾਰਾਜ ਦੀ ਹਾਜ਼ਰੀ ਕਰਕੇ, ਉਹਨਾਂ ਦੇ ਪ੍ਰਭਾਵ ਕਰਕੇ, ਉਹਨਾਂ ਦੀ ਭੈ ਭਗਤੀ ਕਰ, ਉਹ ਜਿਹੜੇ ਭੂਤ ਜਾਂ ਰਿੱਧੀਆਂ ਸਿੱਧੀਆਂ ਉਹਨੇ ਕੀਤੀਆਂ ਹੋਈਆਂ ਸਨ ਉੱਥੇ ਚੱਲਣ ਕੋਈ ਨਹੀਂ। ਜੋਗੀ ਬੜਾ ਸ਼ਰਮਿੰਦਾ ਹੋ ਗਿਆ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਫਰਮਾਇਆ, ਏਕ ਨੇ ਹੀ ਦਾਤ, ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਨੇ ਇਹ ਵਾਹਿਗੁਰੂ ਦੀ ਦਾਤ ਨਹੀਂ ਮੰਨੀ ਜਾਂਦੀ, ਕਿਉਂਕਿ ਬੰਦਾ ਹੰਕਾਰੀ ਹੋ ਜਾਂਦਾ। ਜਿਹਦੇ ਕੋਲ ਕੋਈ ਰਿੱਧੀ ਸਿੱਧੀ ਕਰਾਮਾਤ ਆ ਜਾਏ ਉਹ ਫਿਰ ਆਪਣੇ ਆਪ ਨੂੰ ਦੁਨੀਆ ਤੋਂ ਵੱਖਰਾ ਸਮਝਦਾ ਤੇ ਵੱਡਾ ਸਮਝਦਾ। ਪਰ ਗੁਰੂ ਘਰ ਵਿੱਚ ਤੇ ਇਸ ਤੇ ਉਲਟ, ਜੇ ਕਿਸੇ ਨੂੰ ਕੋਈ ਪ੍ਰਾਪਤੀ ਹੋਵੇ, ਕੋਈ ਪਦਵੀ ਮਿਲੇ, ਕੋਈ ਆਦਰ ਮਿਲੇ, ਉਹਨੂੰ ਇਹ ਕਹਿਣਾ ਚਾਹੀਦਾ ਕਿ ਇਹ ਸਭ ਗੁਰੂ ਪਰਮੇਸ਼ਵਰ ਦੀ ਕਿਰਪਾ ਹੈ, ਮੇਰੇ ਪੱਲੇ ਕੱਖ ਨਹੀਂ। ਫਿਰ ਤੇ ਦਾਤ ਮੰਨੀ ਜਾਏਗੀ। ਤੇ ਜਿਹੜਾ ਇਹ ਦਾਵਾ ਕਰੇ ਕਿ ਮੈਂ ਇੰਨੇ ਤਪ ਕੀਤੇ, ਇੰਨੀ ਸਾਧਨਾ ਕੀਤੀ, ਇੰਨੀ ਦੇਰ ਮੈਂ ਛਿਲੇ ਕੱਟੇ, ਮੈਂ ਮਸਾਣਾ ਵਿੱਚ ਜਾ ਕੇ ਚਿਖਾ ਤੇ ਬਹਿ ਕੇ ਆਹ ਕੀਤਾ ਉਹ ਕੀਤਾ, ਮਤਲਬ ਇਹੋ ਜਿਹੇ ਜਿਹੜੇ ਲੋਕ ਨੇ ਇਹ ਉਹਨਾਂ ਦੀ ਦਾਤ ਨਹੀਂ ਹੋ ਸਕਦੀ। ਇਹ ਤੇ ਉਹ ਕਹਿੰਦੇ ਨੇ ਕਿ ਅਸੀਂ ਕੀਤਾ। ਤਾਂ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਰਿਜੈਕਟ ਕਰਦਾ। ਯਾਦ ਰੱਖੋ, ਦਾਤ ਉਹ ਹੈ ਜਿਹੜੀ ਉਹਦੀ ਕਿਰਪਾ ਨਾਲ ਮਿਲੇ, ਔਰ ਜਿਸ ਨੂੰ ਦਾਤ ਲੈਣ ਵਾਲਾ ਇਹ ਮੰਨ ਲਵੇ ਕਿ ਇਹ ਉਹਦੀ ਦਾਤ। ਦੇਖੋ, ਧੰਨ ਗੁਰੂ ਅੰਗਦ ਦੇਵ ਜੀ ਦਾ ਜੀਵਨ ਤੇ ਉਹਨਾਂ ਦੇ ਬਚਨ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਤੇ ਕੀਤੀ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਹਰ ਹੁਕਮ ਦੀ ਪਾਲਣਾ ਕੀਤੀ। ਕਦੇ ਇਹ ਨਹੀਂ ਆਖਿਆ ਕਿ ਮੈਂ ਇਹ ਕੰਮ ਕੀਤਾ, ਆਖਿਆ ਗੁਰੂ ਦੀ ਕਿਰਪਾ। ਕਈ ਸਾਖੀਆਂ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਨੇ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਹੁਕਮ ਕੀਤਾ, ਬਈ ਕਈ ਦਿਨ ਹੋ ਗਏ ਨੇ ਬਰਖਾ ਚੱਲ ਰਹੀ ਹੈ, ਹਰ ਜਗ੍ਹਾ ਚੋਣ ਲੱਗ ਪਈ ਹੈ, ਬਾਲਣ ਗਿੱਲਾ ਹੋ ਗਿਆ, ਲੰਗਰ ਤਿਆਰ ਨਹੀਂ ਹੋ ਸਕਦਾ, ਸਾਰੀ ਸੰਗਤ ਭੁੱਖ ਨਾਲ ਵਿਆਕੁਲ ਹੋ ਗਈ। ਬੇਟਾ ਸ੍ਰੀ ਚੰਦ, ਜਾਓ ਇਹਨਾਂ ਦਰਖਤਾਂ ਤੇ ਚੜ੍ਹ ਜਾਓ, ਇਹਨਾਂ ਨੂੰ ਹਲੂਣਾ ਦਿਓ, ਇਹਨਾਂ ਦਰਖਤਾਂ ਨਾਲੋਂ ਮਿਠਾਈਆਂ ਤੇ ਫਲ ਡਿੱਗਣਗੇ, ਸੰਗਤ ਖਾ ਲਏਗੀ, ਭੁੱਖ ਮਿਟ ਜਾਏਗੀ। ਬਾਬਾ ਸ੍ਰੀ ਚੰਦ ਜੀ ਨੇ ਕਿਹਾ, ਪਿਤਾ ਜੀ ਕੈਸੀਆਂ ਅਣਹੋਣੀਆਂ ਗੱਲਾਂ ਕਰਦੇ ਹੋ ਤੁਸੀਂ, ਦਰਖਤਾਂ ਨਾਲੋਂ ਵੀ ਕਦੇ ਮਠਿਆਈਆਂ ਡਿੱਗੀਆਂ, ਲੋਕ ਕੀ ਕਹਿਣਗੇ, ਸਾਡਾ ਮਖੌਲ ਉਡਾਉਣਗੇ। ਪਰ ਉਹੀ ਹੁਕਮ ਭਾਈ ਲਹਿਣਾ ਜੀ ਨੂੰ ਕੀਤਾ ਤੇ ਉਹ ਉੱਠ ਕੇ ਤੁਰ ਪਏ। ਜਦੋਂ ਭਾਈ ਲਹਿਣਾ ਜੀ ਤੁਰੇ ਜਾ ਰਹੇ ਨੇ ਤੇ ਬਾਬਾ ਸ੍ਰੀ ਚੰਦ ਜੀ ਆਵਾਜ਼ ਮਾਰ ਕੇ ਕਹਿੰਦੇ ਨੇ, ਲਹਿਣਿਆ
ਤੂੰ ਆਪਣੇ ਦਿਮਾਗ ਨਾਲ ਸੋਚ, ਕਦੇ ਦਰਖਤਾਂ ਤੋਂ ਵੀ ਮਠਿਆਈਆਂ ਡਿੱਗੀਆਂ ਨੇ? ਭਾਈ ਲਹਿਣਾ ਜੀ ਨੇ ਕਿਹਾ, ਮੈਨੂੰ ਮਠਿਆਈਆਂ ਨਾਲ ਕੋਈ ਵਾਸਤਾ ਨਹੀਂ, ਮੈਨੂੰ ਤੇ ਆਪਣੇ ਗੁਰੂ ਦੇ ਹੁਕਮ ਮੰਨਣ ਨਾਲ ਵਾਸਤਾ। ਲਓ, ਜਿਸ ਦਿਨ ਇਹ ਭਾਵਨਾ ਆ ਜਾਏ, ਗੁਰੂ ਕੀ ਨਹੀਂ ਕਰ ਸਕਦਾ। ਇਹ ਤਾਂ ਦਾਤ ਹੈ। ਤੇ ਜਿਸ ਪ੍ਰਾਪਤੀ ਨੂੰ ਪ੍ਰਾਪਤ ਕਰਕੇ ਮਨੁੱਖ ਕਹੇ ਜੀ ਮੈਂ ਇਹ ਕੀਤੀ ਹੈ, ਉਹਨੂੰ ਦਾਤ ਨਹੀਂ ਕਿਹਾ ਜਾ ਸਕਦਾ। ਜਿਸ ਚੀਜ਼ ਦੀ ਅਸੀਂ ਹਉਮੈ ਕਰ ਰਹੇ ਹਾਂ ਉਹ ਦਾਤ ਨਹੀਂ ਹੈ, ਉਹਦੇ ਵਿੱਚ ਅਸੀਂ ਆਪਣੀ ਹੋਂਦ ਜਤਲਾ ਰਹੇ। ਤੋ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕਿਹਾ, ਹੇ ਜੋਗੀ, ਤੈਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਤੇ ਮਾਣ ਹੈ, ਤੇ ਤੂੰ ਕਹਿੰਦਾ ਹੈ ਮੈਂ ਇੰਨੀ ਸਾਧਨਾ ਸਾਧ ਕੇ ਇਹ ਸਿੱਧੀਆਂ ਰਿੱਧੀਆਂ ਪ੍ਰਾਪਤ ਕੀਤੀਆਂ। ਇਹ ਪਰਮਾਤਮਾ ਦੀ ਦਾਤ ਨਹੀਂ ਹੈ। ਏਕ ਨੇ ਹੀ ਦਾਤ ਆਪਸ ਤੇ ਜੋ ਪਾਈ ਹੈ। ਜੋ ਆਪਣੇ ਯਤਨ ਨਾਲ, ਆਪਣੀ ਸਿਆਣਪ ਨਾਲ, ਆਪਣੀ ਚਤੁਰਾਈ ਨਾਲ ਪ੍ਰਾਪਤ ਕੀਤੀ ਕਹੀ ਜਾਏ, ਉਹਨੂੰ ਕਦੇ ਦਾਤ ਨਹੀਂ ਕਿਹਾ ਜਾ ਸਕਦਾ। ਹੁਣ ਇਹ ਦੋ ਪੰਕਤੀਆਂ ਨੇ, ਪਰ ਇਹਨਾਂ ਦੀ ਵਿਚਾਰ ਕਰਨ ਵਾਸਤੇ ਕਿਤਨਾ ਡੂੰਘਾ ਜਾਣਾ ਪਵੇ। ਪੜ੍ਹੀ ਅਸੀਂ ਜਾ ਰਹੇ ਹਾਂ, ਸੁਣੀ ਅਸੀਂ ਜਾ ਰਹੇ ਹਾਂ। ਗੁਰੂ ਅੰਗਦ ਦੇਵ ਜੀ ਨੇ ਫਰਮਾਇਆ, ਦਾਤ ਉਹੋ ਹੀ ਹੋ ਸਕਦੀ ਹੈ ਜੋ ਮਾਲਕ ਪ੍ਰਸੰਨ ਹੋ ਗਏ ਤੇ ਸੇਵਕ ਕਦੇ ਵੀ ਇਹ ਨਾ ਆਖੇ ਕਿ ਇਹ ਮੈਂ ਆਪਣੇ ਯਤਨ ਨਾਲ ਪ੍ਰਾਪਤ ਕੀਤਾ, ਆਖੇ ਉਹਦੀ ਕਿਰਪਾ। ਏਕ ਨੇ ਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮ ਮਾਤ ਸਾਹਿਬ ਤੁਠੈ ਜੋ ਮਿਲੇ। ਉਹ ਹੈ ਅਸਲੀ ਬਖਸ਼ਿਸ਼, ਉਹ ਹੈ ਅਸਲੀ ਦਾਤ ਜਿਹੜੀ ਸਾਹਿਬ ਦੇ ਤੁਠਣ ਨਾਲ ਮਿਲੇ। ਸਤਿਮੁੱਚ ਗੁਰੂ ਘਰ ਦੇ ਅੰਦਰ ਗੁਰੂ ਅੰਗਦ ਦੇਵ ਜੀ ਦਾ ਜੀਵਨ ਪੜ੍ਹ ਕੇ ਦੇਖੋ, ਗੁਰੂ ਅਮਰਦਾਸ ਜੀ ਦਾ ਜੀਵਨ ਪੜ੍ਹ ਕੇ ਦੇਖੋ, ਹੋਰ ਗੁਰੂ ਸਾਹਿਬਾਨ ਦਾ ਜੀਵਨ ਪੜ੍ਹ ਕੇ ਦੇਖੋ। ਜੋ ਕੁਝ ਪ੍ਰਾਪਤ ਹੋਇਆ ਉਹ ਵਾਹਿਗੁਰੂ ਦੀ ਕਿਰਪਾ ਨਾਲ ਹੋਇਆ। ਗੁਰੂ ਰਾਮਦਾਸ ਜੀ ਨੇ ਤੇ ਐਸਾ ਫੈਸਲਾ ਦਿੱਤਾ, ਉਹ ਕਹਿੰਦੇ ਚੌਂ ਪੀੜੀ ਆਦ ਜੁਗਾਦ ਬਖੀਲੀ ਕਿਨੇ ਨਾ ਪਾਇਓ, ਹਰ ਸੇਵਕ ਭਾਏ ਨਿਸਤਾਰਾ। ਇੱਥੇ ਤਾਂ ਸੇਵਕ ਬਣ ਕੇ ਸਭ ਕੁਝ ਮਿਲਦਾ, ਔਰ ਹਮੇਸ਼ਾ ਉਸ ਮਾਲਕ ਦੀ ਦਿੱਤੀ ਹੋਈ ਦਾਤ ਨੂੰ ਉਹਦੀ ਬਖਸ਼ਿਸ਼ ਸਮਝਣਾ ਚਾਹੀਦਾ। ਕਦੇ ਭੁੱਲ ਕੇ ਵੀ ਇਹ ਦਾਅਵਾ ਨਾ ਕਰੇ, ਕਿਉਂਕਿ ਸਤਿਗੁਰੂ ਦਿਆਲ ਹੋਵੇ। ਅਸੀਂ ਰੋਜ਼ ਪੜ੍ਹਦੇ ਹਾਂ, ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬਹੂ ਝੂਰੀਏ। ਇਹ ਸਤਿਗੁਰੂ ਦੀ ਦਇਆ ਹੈ। ਇਸੇ ਲਈ ਪਾਤਸ਼ਾਹ ਨੇ ਬੜਾ ਖੂਬਸੂਰਤ ਲਿਖਿਆ ਇੱਕ ਸਲੋਕ, ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ, ਇੱਕ ਜਾਗੰਦੇ ਨਾ ਰਹਿਣ, ਇੱਕ ਨਾ ਸੁਤਿਆਂ ਦੇ ਉਠਾਲ। ਸਾਹਿਬ ਦੀਆਂ ਦਾਤਾਂ ਨਾਲ ਕੋਈ ਜ਼ੋਰ ਨਹੀਂ ਚੱਲਦਾ। ਕਈ ਬੰਦੇ ਬਹੁਤ ਨੇੜੇ ਹੁੰਦੇ ਨੇ ਗੁਰੂ ਦੇ, ਲੋਕਾਂ ਨੂੰ ਵੀ ਨਜ਼ਰ ਆਉਂਦੇ ਨੇ ਵੀ ਬੜੇ ਗੁਰੂ ਦੇ ਨੇੜੇ ਨੇ, ਪਰ ਬਖਸ਼ਿਸ਼ ਨਹੀਂ ਲੈ ਸਕਦੇ। ਇੱਕ ਭੋਲੇ ਭਾਲੇ ਸਿੱਧੇ ਸਾਧੇ ਬਿਨਾਂ ਦਿਖਾਵੇ ਕੀਤੇ ਤੋਂ ਸੇਵਾ ਕਰਦੇ ਨੇ ਤੇ ਉਹਦੀ ਕਿਰਪਾ ਦੇ ਪਾਤਰ ਬਣ ਜਾਂਦੇ। ਏਕ ਨੇ ਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰ ਮਾਤ ਸਾਹਿਬ ਤੁਠੈ ਜੋ ਮਿਲੇ। ਮਹਿਲਾ ਦੂਜਾ ਏਕ ਨੇ ਹੀ ਚਾਕਰੀ, ਜਿਤ ਭਉ ਖਸਮ ਨਾ ਜਾਏ।
कनेही का मतलब है किहो जी, चाकरी का मतलब है नौकरी। ये कादी नौकरी हुई, जित पाओ खसम न जाए। नौकरी करन वाले दे मन विचों खसम का डर ना दूर होवे, बड़ी डूंगी गल है। भाव सेवा करदा करदा मालक नूं इन्ना रिझा लवे, इन्ना प्रसन्न कर लवे कि मालक का रूप बन जाए, मालक दे इशारे नूं समझे। भाव मालक तो डरन की लोड़ तो उदों पवेगी ना जदों मालक की आग्या का पालन नहीं करना। ते जदों चलना ही मालक की रजा विच ते फिर डर काहदा। धन गुरु नानक देव पातशाह जी ने जदों अखीरली परीक्षा की ना, तो एक ऐसा कौतुक रचिया, साखी विच लिखिया कि महाराज ने तानक रूप धारण कर लिया। कुछ कुत्ते अपने नाल ला ले, कुछ रूप अपना बदल लिया, ते महाराज दे इस रूप नूं देख के बड़े तो बड़े जिहड़े निकटवर्ती सन वो भी डोल गए भी ये की बन गए। महाराज जंगल वल तुरे जाते ने, जिहड़े पिछे आ रहे ने उन्हां नूं सोटे मारदे ने, उन्हां नूं गालां कढदे ने। कई सोटियां तो डरते तुर गए, कई गालां तो डरते टुर गए। जिहड़े कुछ रह गए कहंदे ने महाराज ने ऐसी माया खलेरी कि वो माया ही चुगन लग पे। गल की सारे हौली 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 कटते कटते कट गए। रह गए तो एक भाई लैणा जी रह गए, सब चले गए। ते गुरु नानक पातशाह ने कड़क के आख्या, और लैणिया तू क्यों नहीं जाता। भाई लैणा जी ने हाथ जोड़ ले, सच्चे पातशाह ਜਿਹੜੇ चले गए ने उन्हों का कोई होवेगा तो चले गए ने, मेरा तो कोई होर है नहीं, मेरा कोई तुहाडे बिना होर है नहीं, मैं कित्थे जावां। आख्या अच्छा फिर ए मुर्दा खा। एक मुर्दा पिया है, चिट्टी चादर पई है, इनू खा। हुण भाई लैणा जी उसकी परिक्रमा करते, कहते खांदा क्यों नहीं। महाराज हुक्म की उड़ीक है, सिर वाले पास्यों खावां कि पैरों वाले पास्यों खावां। पास हो गए। जिन्हां ने ये दृढ़ कर लिया कि असीं मालक की रजा विच चलना, वो हन असली सेवक। एक ने ही चाकरी जित पाओ खसम न जाए, नानक सेवक कांडिया जिस सेती खसम समाए। बाबा नानक जी फरमाते हैं भाई वो है असली सेवक, जिहड़ा मालक का रूप हो जाए, मालक की रजा विच राजी रहे। पौड़ी नानक अंत न जापनी, हर ताके पारावार। धन गुरु नानक पातशाह कहते हे भाई उस मालक का कोई अंत नहीं जान सकता। उस हरि दे पारावार नूं परले पासे नूं जानना बड़ा मुश्किल है। आप कराए साखती फिर आप कराए मार। वो वाहिगुरु आप ही कईयां उत्ते साखती बनावट पैदाइश करदा, आप ही इन्हां जीवां दी रचना करदा ते आप ही इन्हां नूं फिर मार भी दिंदा। आप कराए साखती फिर आप कराए मार। एक ना गली जंजीरियां एक तुरी चढ़े बसियार। कुछ ऐसे ने जिन्हां दे गलां विच जंजीरां पाईयां होईयां, कैदी बने हुए ने। एक ऐसे ने जिहड़े घोड़ियां ते चढ़े हुए ने। कहने का मतलब ये परमात्मा की आश्चर्य रचना है।
आप कराए करे आप, हों कैस्यों करी पुकार। आख्या वाहिगुरु आप ही कराਉਂਦਾ है, आप ही कराਉਂਦਾ है, आप ही करता। मैं किदे अगे पुकार करा, मैं किनू अपनी फरियाद करा। नानक करना जिन किया, फिर तिस ही करनी सार। बाबा नानक जी फरमाते ने उस वाहिगुरु ने आप ही संसार बनाया ते आप ही संसार के जीवां दी सार लेंदा है, संभाल करदा। कई बार दस्या कि सार अखर गुरबाणी में कई अर्थां में आउंदा। सार का मतलब निचोड़ भी है, सार का मतलब श्रेष्ठ भी है, सार का मतलब फौलाद भी है, सार का मतलब किसी की खबर सार लेनी। तो महाराज कहने फरमाया आप कराए करे आप, हों कैस्यों करी पुकार। नानक करना जिन किया, फिर तिस ही करनी सार। वो आप ही जीवां नूं पैदा करदा, आप ही इन्हां दी सार संभाल करदा। वाहिगुरु जी का खालसा, वाहिगुरु जी की फतेह।